ਬਰਗਾੜੀ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਅਜੇ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਤੇ ਨਾ ਹੀ ਅਜੇ ਤੱਕ ਦੋਸ਼ੀਆਂ ਦਾ ਕੋਈ ਪਤਾ ਲੱਗ ਸਕਿਆ ਹੈ। ਪੰਜਾਬ ਦੀਆਂ 3 ਸਰਕਾਰਾਂ ਬਰਗਾੜੀ ਮੁੱਦੇ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਨਾਮ ਤੇ ਬਦਲ ਚੁੱਕੀਆਂ ਨੇ, ਲੇਕਿਨ ਅਜੇ ਤੱਕ ਬਰਗਾੜੀ ਮੁੱਦਿਆਂ ਤੇ ਦੋਸ਼ੀਆਂ ਦਾ ਸਹੀ ਤਰੀਕੇ ਨਾਲ ਪਤਾ ਨਹੀਂ ਲੱਗ ਸਕਿਆ, ਜਿਸ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਰੇਸ਼ਮ ਸਿੰਘ ਖੁਖਰਾਣਾ ਵੱਲੋਂ ਅੰਮ੍ਰਿਤਸਰ 'ਚ ਪ੍ਰੈਸ ਵਾਰਤਾ ਕੀਤੀ ਗਈ। ਉਹਨਾਂ ਕਿਹਾ ਕਿ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੁਰਜ ਜਵਾਰ ਸਿੰਘ ਵਾਲਾ 'ਚ ਚੋਰੀ ਕੀਤੀ ਗਈ, ਜਿਨ੍ਹਾਂ ਦੇ ਕੁਝ ਅੰਗ ਖੰਡਿਤ ਕਰਕੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਗਏ। ਬਾਕੀ ਦੇ ਅੰਗ ਕਿੱਥੇ ਗਏ ਅੱਜ ਤੱਕ ਬਰਾਮਦ ਨਹੀਂ ਹੋ ਸਕੇ। ਜੇ 328 ਸਰੂਪ SGPC ਵੱਲੋਂ ਗਾਇਬ ਕੀਤੇ ਗਏ, ਉਹਨਾਂ ਦੀ ਪੜਤਾਲ ਕਰਵਾ ਕੇ ਸੱਚਾਈ ਸੰਗਤਾਂ ਦੇ ਸਾਹਮਣੇ ਅੱਜ ਤੱਕ ਨਹੀਂ ਲਿਆਂਦੀ ਗਈ। ਸਰੂਪ ਬਰਾਮਦ ਨਹੀਂ ਕੀਤੇ ਗਏ, ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਂਚ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ, ਕਿਉਂਕਿ ਕੌਮ ਇਹਨਾਂ ਨੂੰ ਨਕਾਰ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਕਲਿਆਣ ਤੇ ਗੁਰਦੁਆਰਾ ਹਰਦਾਸਪੁਰ ਸਾਹਿਬ ਤੋਂ ਇੱਕ ਪੁਰਾਤਨ ਸਰੂਪ ਚੋਰੀ ਕੀਤੇ ਗਏ ਨੇ, ਜਿਸ ਦੇ ਰੋਸ ਵਜੋਂ ਸੰਗਤਾਂ ਨੇ ਕਾਫੀ ਧਰਨੇ ਮੁਜ਼ਾਹਰੇ ਕੀਤੇ। ਪ੍ਰਸ਼ਾਸਨ ਨੇ ਸੰਗਤਾਂ ਨੂੰ ਸਰੂਪ ਦਿਵਾਉਣ ਦਾ ਭਰੋਸਾ ਵੀ ਦਿੱਤਾ। ਅਜੇ ਤੱਕ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਵਾਰ ਫਿਰ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਮਾਝਾ, ਮਾਲਵਾ, ਦੁਆਬਾ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਨ ਤੋਂ ਬਾਅਦ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ। 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਗਏ, ਜਿਨ੍ਹਾਂ ਦੇ ਕੁਝ ਅੰਗ ਬਰਗਾੜੀ ਨਗਰ ਦੀਆਂ ਗਲੀਆਂ ਵਿੱਚ ਖਿਲਾਰੇ ਗਏ। ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੱਥੇ ਹੈ? ਬਾਦਲ ਸਰਕਾਰ ਤੇ ਬਾਦਲ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਭਾਲ ਨਹੀਂ ਕੀਤੀ ਗਈ ਤੇ ਨਾ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਣਗਿਣਤ ਲਾਪਤਾ ਕੀਤੇ ਗਏ। ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮੇਟੀ ਬਣਾਈ ਤੇ ਉਸ ਕੇਸ ਨੂੰ ਰਫਾ ਦਫਾ ਕੀਤਾ ਗਿਆ, ਪਰ ਸਿੱਖ ਹਿਰਦੇ ਇਹਨਾਂ ਦੀ ਪੜਤਾਲੀਆ ਰਿਪੋਰਟ ਦੇ ਨਾਲ ਸਹਿਮਤ ਨਹੀਂ। ਬਾਦਲ ਦੀ ਸਰਕਾਰ ਦਾ ਅੰਤ ਹੁੰਦਾ ਹੈ, ਕੈਪਟਨ ਦੀ ਸਰਕਾਰ ਆਉਂਦੀ ਹੈ। ਕੈਪਟਨ ਨੇ ਵਾਅਦਾ ਕੀਤਾ, ਆਪਣੇ ਵਾਅਦਿਆਂ ਦੇ ਅਨੁਸਾਰ ਉਹਨਾਂ ਵਾਅਦਿਆਂ ਤੇ ਪੂਰਾ ਨਹੀਂ ਉਤਰਿਆ। 20 ਜੁਲਾਈ 2020 ਨੂੰ ਪਟਿਆਲਾ ਜ਼ਿਲ੍ਹੇ ਦੇ ਨਗਰ ਕਲਿਆਣ ਵਿੱਚੋਂ ਸਫਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚੋਰੀ ਹੋਏ, ਜਿਨ੍ਹਾਂ ਵਰਗੇ ਸਰੂਪ ਅੱਜ ਦੇ ਜ਼ਮਾਨੇ ਵਿੱਚ ਛਾਪ ਨਹੀਂ ਸਕਦੇ। ਉਹ ਸਰੂਪ ਅੰਗਰੇਜ਼ ਸਰਕਾਰ ਵੱਲੋਂ ਜਰਮਨ ਦੀ ਜੰਗ ਵਿੱਚ ਕੱਲੇ ਸਿੱਖ ਨੂੰ ਉਹ ਪਤਾ ਨਹੀਂ ਕਿਹੜੀ ਤਕਨੀਕ ਦੇ ਨਾਲ ਛਾਪ ਕਰਕੇ ਦਿੱਤੇ ਗਏ, ਕਿਉਂਕਿ ਸਿੱਖਾਂ ਦੀ ਮੰਗ ਸੀ ਕਿ ਅਸੀਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਤੇ ਹੁਕਮਨਾਮਾ ਲੈ ਕਰਕੇ ਆਪਣੇ ਕਾਰਜ ਵੱਲ ਜਾਂਦੇ ਹਾਂ। ਅੰਗਰੇਜ਼ ਸਰਕਾਰ ਨੇ ਉਹ ਸਫਰੀ ਸਰੂਪ, ਜਿਨ੍ਹਾਂ ਦਾ ਆਕਾਰ 1.5 ਇੰਚ ਜਾਂ 2 ਇੰਚ ਆ, ਉਹਨਾਂ ਨੂੰ ਪੜ੍ਹਨ ਵਾਸਤੇ ਲੈਂਜ ਤਿਆਰ ਕਰਕੇ ਸਿੱਖ ਫੌਜੀਆਂ ਨੂੰ ਦਿੱਤੇ ਗਏ। ਉਹ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਏ। ਅੱਜ 2 ਸਾਲ ਹੋ ਚੱਲੇ ਆ, ਉਹਨਾਂ ਦੀ ਭਾਲ ਕੈਪਟਨ ਸਰਕਾਰ ਅਤੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ। ਕੈਪਟਨ ਦੀ ਸਰਕਾਰ ਦਾ ਅੰਤ ਹੁੰਦਾ ਹੈ, ਉਹਨਾਂ ਤੋਂ ਬਾਅਦ ਚੰਨੀ ਦੀ ਸਰਕਾਰ ਆਉਂਦੀ ਹੈ। ਚੰਨੀ ਨੇ ਬੜੇ ਦਾਅਵੇ ਕੀਤੇ, ਪਰ ਦਾਅਵੇ ਉਹਦੇ ਖੋਖਲੇ, ਕਿਸੇ ਵੀ ਦਾਅਵੇ ਨੂੰ ਉਹਨੇ ਪੂਰਾ ਨਹੀਂ ਕੀਤਾ। ਚੰਨੀ ਦੀ ਸਰਕਾਰ ਦਾ ਅੰਤ ਹੁੰਦਾ ਹੈ। ਨਵੀਂ ਚੋਣ ਪ੍ਰਚਾਰ ਮੁਹਿੰਮ ਚੱਲਦੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਦਾਅਵੇ ਕੀਤੇ ਗਏ ਸਟੇਜਾਂ ਤੇ ਸੰਗਤਾਂ ਦੇ ਰੂਬਰੂ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਸਲੇ ਪਹਿਲ ਦੇ ਆਧਾਰ ਤੇ ਵਿਚਾਰੇ ਜਾਣਗੇ। ਪਰ ਸਰਕਾਰ ਬਣੀ, CM ਦੀ ਕੁਰਸੀ ਦੇ ਉੱਪਰ ਭਗਵੰਤ ਮਾਨ ਬੈਠੇ, ਪਰ ਉਹਨਾਂ ਨੇ ਇੱਕ ਵੀ ਬਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਜਾਂ ਕਾਨੂੰਨ ਦੇ ਕਟਹਿਰੇ ਖੜੇ ਕਰਨ ਵਾਸਤੇ ਕੋਈ ਵੀ ਬਿਆਨ ਨਹੀਂ ਦਿੱਤਾ। ਸਿੱਖ ਸੰਗਤਾਂ ਵੱਲੋਂ ਬੀਤੀ 20 ਮਈ ਨੂੰ ਇੱਕ ਯਾਦ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇਹ ਯਾਦ ਮਾਰਚ ਭਗਵੰਤ ਮਾਨ ਦੀ ਕੋਠੀ ਤੱਕ ਕੱਢਿਆ ਗਿਆ। ਕੋਠੀ ਤੱਕ ਮਾਰਚ ਪਹੁੰਚਿਆ, ਪਰ ਭਗਵੰਤ ਮਾਨ ਯਾਦ ਪੱਤਰ ਲੈਣ ਵਾਸਤੇ ਸੰਗਤਾਂ ਦੇ ਰੂਬਰੂ ਨਹੀਂ ਆਇਆ। ਉਹਨੇ
ਯਾਦ ਪੱਤਰ ਸੰਗਤਾਂ ਤੋਂ ਲੈਣਾ ਯੋਗ ਨਹੀਂ ਸਮਝਿਆ। ਪਰ ਗੁਰਮੁਖੀ ਤੇ ਸਵਾਲ ਪੈਦਾ ਹੁੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਨੂੰ ਚੋਰੀ ਹੋਇਆਂ ਨੂੰ 7 ਸਾਲ ਹੋ ਗਿਆ। 3 ਸਰਕਾਰਾਂ ਆਈਆਂ, ਬਾਦਲ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ। ਸਾਡਾ ਕੋਈ ਨਿੱਜੀ ਮਸਲਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਇੱਕ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਮੰਨਦੇ ਆ, ਸਾਰਿਆਂ ਦੀ ਆਸਥਾ ਹੈ। ਬਾਦਲ ਸਰਕਾਰ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ, ਦੋਸ਼ੀਆਂ ਨੂੰ ਪਕੜਿਆ ਨਹੀਂ। ਕੈਪਟਨ ਸਰਕਾਰ ਨੇ ਪਕੜਿਆ ਨਹੀਂ, ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਨਹੀਂ ਕੀਤਾ। ਇਸੇ ਤਰ੍ਹਾਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਹੋਇਆ ਭਗਵੰਤ ਮਾਨ ਦਾ ਵੀ ਉਹੀ ਰਵੱਈਆ। ਸਾਡੇ ਕੋਲੇ ਕੋਈ ਵੀ ਰਸਤਾ ਨਹੀਂ, ਸਾਡੇ ਕੋਲੇ ਇੱਕੋ ਇੱਕ ਰਸਤਾ ਹੈ, ਦੋਸ਼ੀਆਂ ਦੀ ਭਾਲ ਕਰਨ ਵਾਸਤੇ, ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਵਾਸਤੇ ਇੱਕੋ ਇੱਕ ਸਾਡੇ ਕੋਲੇ ਰਸਤਾ ਸੰਘਰਸ਼ ਆ। ਅਸੀਂ ਇਸ ਸੰਘਰਸ਼ ਦੇ ਸੰਬੰਧ ਵਿੱਚ ਮਾਝਾ, ਮਾਲਵਾ ਤੇ ਦੁਆਬਾ ਪੰਜਾਬ ਨੂੰ 3 ਹਿੱਸਿਆਂ ਵਿੱਚ ਵੰਡਿਆ। ਮਾਝੇ ਵਿੱਚ ਇਹ ਪਹਿਲੀ ਸਾਡੀ ਕਾਨਫਰੰਸ ਆ, ਜਿਸ ਦੇ ਜ਼ਰੀਏ ਅਸੀਂ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਪਹਿਲੀ ਕਾਨਫਰੰਸ ਕੀਤੀ ਹੈ। ਇਸ ਤੋਂ ਬਾਅਦ ਅਸੀਂ ਮਾਲਵੇ ਦੀ ਧਰਤੀ ਬਠਿੰਡੇ ਸ਼ਹਿਰ ਵਿੱਚ ਕਰਾਂਗੇ, ਮਾਲਵੇ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਦੁਆਬੇ ਦੇ ਵਿੱਚ ਆਉਣ ਵਾਲੀ 24 ਤਰੀਕ ਨੂੰ ਜਲੰਧਰ ਵਿਖੇ ਇਹ ਕਾਨਫਰੰਸ ਕੀਤੀ ਜਾਵੇਗੀ, ਦੁਆਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਅਖੀਰਲੀ ਕਾਨਫਰੰਸ ਵਿੱਚ ਸੰਗਤਾਂ ਦੇ ਨਾਲ ਗੁਰਮਤਾ ਕਰਕੇ ਆਪਾਂ ਕਿਸ ਤਰੀਕੇ ਦੇ ਨਾਲ ਸੰਘਰਸ਼ ਵਿੱਢਣਾ, ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਕਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚੋਰੀ ਹੋਇਆ ਉਹਨਾਂ ਦੀ ਭਾਲ ਕਰਨ ਵਾਸਤੇ ਅਸੀਂ ਸੰਘਰਸ਼ ਜਾਰੀ ਕਰਨਾ, ਸੰਘਰਸ਼ ਵਿੱਢਣਾ। ਉਹਦੇ ਸੰਬੰਧ ਵਿੱਚ ਅੱਜ ਦੀ ਇਹ ਪੱਤਰਕਾਰ ਕਾਨਫਰੰਸ ਕੀਤੀ ਗਈ ਆ, ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਦਾ ਸਾਡਾ ਪ੍ਰੋਗਰਾਮ ਹੈ। ਮਾਝੇ ਦੇ ਵਿੱਚ ਕਰੋ ਤਰੀਕਾਂ ਦੱਸ ਦਿਓ, ਕਿਹੜੀ ਤਰੀਕ ਨੂੰ ਤੁਸੀਂ? ਅੱਜ 17 ਤਰੀਕ ਨੂੰ ਮਾਝੇ ਦੇ ਵਿੱਚ ਆ, ਠੀਕ ਹੈ ਜੀ। ਆਉਣ ਵਾਲੀ 20 ਤਰੀਕ ਨੂੰ ਮਾਲਵੇ ਦੀ ਧਰਤੀ ਬਠਿੰਡਾ ਵਿਖੇ ਹੋਵੇਗੀ, ਆਉਣ ਵਾਲੀ 24 ਤਰੀਕ ਨੂੰ ਦੁਆਬੇ ਦੀ ਧਰਤੀ ਜਲੰਧਰ ਵਿਖੇ ਇਸੇ ਤਰ੍ਹਾਂ ਕਾਨਫਰੰਸ ਕੀਤੀ ਜਾਵੇਗੀ। ਭਾਈ ਸਾਹਿਬ, ਲੱਗਦਾ ਨਹੀਂ ਕਿ ਸਰਕਾਰਾਂ ਜਿਹੜੀਆਂ ਉਹਦੀ ਬਦਨੀਤੀ ਹੈਗੀ ਹੈ ਕਿ ਉਸ ਗੁਰੂ ਗ੍ਰੰਥ ਸਾਹਿਬ ਦੇ ਜੁੰਦੇ ਵੀ ਨੇ, ਇਨਸਾਫ ਨਹੀਂ ਦੇਣਾ ਚਾਹੁੰਦੀਆਂ ਸਿੱਖਾਂ ਨੂੰ? ਪਰ ਇਹ ਤਾਂ ਹੁਣ ਸ਼ਰੇਆਮ ਹੈ ਨਾ, ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਕੀਤਾ, ਇਸੇ ਤਰ੍ਹਾਂ ਕੈਪਟਨ ਪਰਿਵਾਰ ਨੇ ਕੀਤਾ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਚੱਲਦੀ, ਸਾਰਿਆਂ ਨੂੰ ਪਤਾ ਹੀ ਹੈ। ਤੇ ਜੋ ਉਹਨਾਂ ਨੇ ਦਾਅਵੇ ਕੀਤੇ ਦਾਅਵੇ ਸਾਰੇ ਖੋਖਲੇ ਆ, ਉਹਨਾਂ ਦੇ ਉੱਪਰ ਪੂਰਾ ਨਹੀਂ ਉਤਰਿਆ। ਯਾਨੀ ਕਿ ਸੰਗਰੂਰ ਜਿਮਨੀ ਚੋਣਾਂ 'ਚ ਜਾ ਕੇ ਇਸ ਦੀ ਆਵਾਜ਼ ਚੁੱਕਣੀ ਚਾਹੀਦੀ ਹੈ, ਕਿਉਂਕਿ ਉੱਥੇ ਇੱਕ ਪਾਸੇ ਪੰਥਕ ਪਾਰਟੀਆਂ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਦਾ ਮੌਕਾ ਦੇ ਰਹੀਆਂ, ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੇ ਗੱਲ ਨਹੀਂ ਉੱਥੇ ਹੋ ਰਹੀ। ਕੀ ਲੱਗਦਾ ਨਹੀਂ ਕਿ ਤੁਹਾਨੂੰ ਉੱਥੇ ਜਾ ਕੇ ਆਵਾਜ਼ ਚੁੱਕਣੀ? ਦੇਖੋ ਜੀ, ਸਾਡਾ ਰਾਜਨੀਤੀ ਪੱਖ ਨਹੀਂ, ਅਸੀਂ ਧਾਰਮਿਕ ਲੋਕ ਹਾਂ, ਅਸੀਂ ਧਰਮ ਦੀ ਗੱਲ ਕਰਨੀ ਹੈ। ਰਾਜਨੀਤੀ ਦੇ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰਾਜਨੀਤੀ ਨਹੀਂ ਕਰਨੀ। ਜੀ, ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੰਘਦੇ ਸਮੇਂ ਤੋਂ ਚੱਲਦੀ ਪਈ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਸਰਸਾ ਸਾਧ ਨੂੰ ਜਿਹੜਾ ਅੱਜ ਪਰੋਲ ਮਿਲ ਗਈ 1 ਮਹੀਨੇ ਦੀ। ਇਹ ਜੀ ਸਿੱਖ ਸੰਗਤਾਂ ਆਪੋ ਆਪਣੀ ਜਗ੍ਹਾ ਦੇ ਉੱਪਰ ਸਾਰੀਆਂ ਤਤਪਰ ਨੇ, ਜਿੰਨਾ ਕਿਸੇ ਦਾ ਜ਼ੋਰ ਪੈਂਦਾ ਲਾਈ ਜਾਂਦੇ ਆ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਆ, ਉਹ ਇਹ ਹੈ ਕਿ ਰਾਜਨੀਤੀ ਨਾਲ ਸਾਡਾ ਭਾਵੇਂ ਇਸ ਮੁੱਦੇ ਦਾ ਕੋਈ ਸੰਬੰਧ ਨਹੀਂਗਾ, ਪਰ ਇਹ ਗੱਲ ਸਮਝ ਲੈਣੀ ਚਾਹੀਦੀ, ਇਸ ਮੁੱਦੇ ਨੇ 3 ਮੁੱਖ ਮੰਤਰੀਆਂ ਦੀ ਬਲੀ ਲੈ ਲਈ ਹੈ। ਪਰ ਜੇ ਹੁਣ ਵੀ ਇਹ ਮਸਲੇ ਵੱਲ ਧਿਆਨ ਨਾ ਦਿੱਤਾ, ਇਹ ਸਰਕਾਰ ਵਾਸਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਖੜੀਆਂ ਹੋਣਗੀਆਂ। ਦੂਜੀ ਗੱਲ ਇੱਕ ਇਹ ਸਪਸ਼ਟ ਕਰ ਦੇਣੀ ਚਾਹੁੰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਆ, ਉਹ ਬਾਦਲ ਸਰਕਾਰ ਦੇ ਰਾਜ ਸਮੇਂ ਹੋਏ ਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 328 ਸਰੂਪ ਗਾਇਬ ਕੀਤੇ ਆ, ਉਹ ਵੀ ਬਾਦਲਾਂ ਦੀ ਮਿਲੀ ਭੁਗਤ ਨਾਲ ਹੋਏ ਆ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਕਲਿਆਣ ਨਗਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਉਹ ਕੈਪਟਨ ਦੀ ਸਰਕਾਰ ਮੌਕੇ ਹੋਇਆ। ਪਰ ਜਿਹੜਾ ਬਰਗਾੜੀ ਕਾਂਡ ਵਾਪਰਿਆ, ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਉਹ ਬਾਦਲਾਂ ਦੀ ਸਰਕਾਰ ਮੌਕੇ ਹੋਇਆ। ਬਾਦਲਾਂ ਨਾਲ ਸਾਡਾ ਖਾਸ ਕਰਕੇ ਰੋਸ ਹੈ, ਕਿਉਂਕਿ ਉਹਨਾਂ ਨੇ ਪੰਥ ਦੇ ਨਾਂ ਤੇ ਵੋਟਾਂ ਲਈਆਂ ਸੀ। ਇਸ ਕਰਕੇ ਜਿਹੜੀ ਸੰਗਰੂਰ ਵਾਲੀ ਜਿਮਨੀ ਚੋਣ ਆ, ਉਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਲੋਕਾਂ ਨੇ ਕਿਹਨੂੰ ਵੋਟ ਪਾਉਣੀ ਹੈ, ਚੰਗਾ ਕੈਂਡੀਡੇਟ ਵੇਖ ਕੇ ਉਹ ਵੋਟ ਪਾਉਣ, ਪਰ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਬਾਦਲਾਂ ਨੂੰ ਵੋਟ ਨਾ ਪਾਈ ਜਾਵੇ, ਕਿਉਂਕਿ ਮੁੱਖ ਦੋਸ਼ੀ ਤਾਂ ਉਹ ਹੈ ਸਾਡੇ, ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਬੈਠੇ ਹਾਂ। ਤੇ ਜੇ ਇਹ ਉਹਨਾਂ ਨੇ ਕਾਂਡ ਨਾ ਕਰਵਾਏ ਹੁੰਦੇ ਜਾਂ ਸਾਨੂੰ ਇਨਸਾਫ ਦਿੱਤਾ ਹੁੰਦਾ ਤੇ ਸਾਨੂੰ ਇੱਥੇ ਬੈਠਣ ਦੀ ਲੋੜ ਕੀ ਸੀਗੀ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA ਇੰਡੀਆ ਨਿਊਜ਼ ਦੇ ਨਾਲ।
ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PGA India News।